ये अपने आप नूं फखरे कौम के खिताब लै रहा। कोई कोई जिहड़ा अनजान बंदा कोई गल कर जाता सिक्खी के विरुद्ध मूली दी, तो वो पिछे पै जाता इहदा जथेदार जिहड़ा इहने ज्ञानी रखिया अकाल तख्त ते जदों इहदे पुत्तर दा साला जिहड़ा जिहनूं असीं राणी खां दा साला कहने आ, वो कह दे कि निश्चय कर अरुण जेतली की जीत करो, तो इहनूं सप सुंघ जाता। तो साडे धर्म का नास मार छड्डिया इस बंदे ने, जिहड़े विरोधी उन्होंने तो सजावां ते अपनिਆਂ ਨੂੰ फखरे कौम के खिताब। मैं इन्हां ने खेड़ा साहब ने बड़ी वधिया गल कड्ढी, फराडे कौम। नहीं एक दो दर्जन धिरां तो नहीं होणगीਆਂ हुण। देखो ना एक धिर बडाला भी सी, उन्होंने लोगों ने देख ही लिया, दिल्ली चौकी कर आया तो की उन्होंने मिलिया। सानूं ओहदियां वोटां वाटां नाल कोई फर्क नहीं पिया। ਉਹਦੇ ਨਾਲ एक होर सीगा दल, उन्होंने सारिਆਂ ਨੂੰ 8% वोट मिली है, जिहड़ी आज़ाद उम्मीदवार विचे 2 दल हो, तो उन्हों का साढ़े ते असर नहीं पिया, पर वो गया सी किसी मकसद लई। कार टीवी के दर्शकों, पिछले दिनी प्रमुखता के नाल एक खबर साडे सामने आई है कि सरदार बलवंत सिंह जी खेड़ा हुशियारपुर, उन्होंने श्रोमणी अकाली दल बादल वालों दोहरे संविधान के किए हुए फरौड के संबंध में अदालती लड़ाई लड़ी है ਅਤੇ पंजाब ਅਤੇ हरियाणा हाई कोर्ट ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਖ ਨੂੰ ਪੂਰਨ ਵਾਸਤੇ ਗਿਆ ਸੀ ਤੇ ਜਿੱਥੇ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇਸ ਕਰਕੇ ਸਰਦਾਰ ਬਲਵੰਤ ਸਿੰਘ ਜੀ ਖੇੜਾ ਜਿਹੜੇ ਆ, ਉਹਨਾਂ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਸੰਪਰਕ ਕੀਤਾ ਜਾ ਰਿਹਾ, ਵਧਾਈ ਦਿੱਤੀ ਜਾ ਰਹੀ ਹੈ। ਅੱਜ ਉਹਨਾਂ ਦੇ ਗ੍ਰਹਿ ਵਿਖੇ ਸਰਦਾਰ ਰਣਜੀਤ ਸਿੰਘ, ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਨੇ। ਆਪਾਂ ਗੱਲ ਕਰਦੇ ਹਾਂ ਜਥੇਦਾਰ ਰਣਜੀਤ ਸਿੰਘ ਜੀ ਨਾਲ ਕਿ ਉਹ ਕਿਸ ਭਾਵਨਾ ਦੇ ਨਾਲ ਸਰਦਾਰ ਬਲਵੰਤ ਸਿੰਘ ਖੇੜਾ ਜੀ ਨੂੰ ਮਿਲਣ ਵਾਸਤੇ ਆਏ। ਜਥੇਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖੇੜਾ ਸਾਹਿਬ ਦੀ ਮਿਹਨਤ ਤੇ ਇਹਨਾਂ ਦੀ ਲਗਨ ਤੇ ਇਹਨਾਂ ਦੀ ਦ੍ਰਿੜਤਾ, ਇਉਂ ਕਹਿ ਲਓ ਕਿ ਅਸੀਂ ਸਲਾਮ ਕਰਨਾ ਹੈ ਉਹਨੂੰ, ਜਿਹੜੀ ਸ਼ਿੱਦਤ ਦੇ ਨਾਲ ਇਹਨਾਂ ਨੇ ਇੱਕ ਕਾਜ ਨੂੰ ਨੇਪਰੇ ਚਾੜਿਆ ਤੇ ਗਾਂ ਵੀ ਚਾੜੂਗਾ। ਜਿਹੜੀ ਸਾਨੂੰ ਦ੍ਰਿੜਤਾ ਦੇ ਵਿੱਚੋਂ ਚਮਕ ਨਜ਼ਰ ਆਉਂਦੀ ਹੈ, ਗਾਂ ਵੀ ਇਹ ਫੈਸਲਾ ਸਾਨੂੰ ਠੀਕ ਨਜ਼ਰ ਆਊਗਾ। ਘੱਟੋ ਘੱਟ ਬਾਦਲ ਦਾ ਜਿਹੜਾ ਫਰਾਡ ਆ ਉਹ ਦੁਨੀਆ ਦੇ ਸਾਹਮਣੇ ਆਇਆ, ਅਦਾਲਤਾਂ ਦੇ ਸਾਹਮਣੇ ਆਇਆ, ਤੇ ਉਹ ਇੱਕ ਦੋਸ਼ੀ ਦੇ ਰੂਪ ਵਿੱਚ ਕਚਹਿਰੇ 'ਚ ਖੜੇ ਹੋਣਗੇ, ਕਟਹਿਰੇ 'ਚ। ਇਹ ਬੜੀ ਵੱਡੀ ਪ੍ਰਾਪਤੀ ਆ ਖੇੜਾ ਸਾਹਿਬ ਦੀ, ਤੇ ਮੈਂ ਤੇ ਇਹਨਾਂ ਦੇ ਦਰਸ਼ਨ ਕਰਨ ਆਇਆ, ਕਿਉਂਕਿ ਮੈਂ ਪਹਿਲਾਂ ਮਿਲਿਆ ਨਹੀਂ ਸੀ। पर केस बारे मैनू तकरीबन पता लगता रहिंदा सी भी एक दिल्ली आ ते एक इत्थे आ, पर अदालतां दे जिहड़े चक्कर भी उन्हें सालां बद्धी जिहड़े साडे वर्गे जेल च बैठे सी, उन्हां दे 13-13 साल चले ने कोर्टां च केस, ते ये जिहड़े केस ने ये तो बहुत समा लै लैंदे आ। तो चलो परमात्मा ने चंगी आवाज़ सानू सिख पंथ नूं सुनाई। घट्टो घट्ट सिख पंथ जिहड़ा ਅੱਜ ਇਹ ਮਹਿਸੂਸ ਕਰ ਰਿਹਾ ਤੇ ਇਹ ਉਹਨੂੰ ਲੱਗ ਰਿਹਾ ਹੈ ਕਿ ਇਹ ਬੰਦਾ, ਇਹ ਪ੍ਰਕਾਸ਼ ਸਿੰਘ ਬਾਦਲ ਸਾਡੀ ਸਿੱਖੀ ਦੇ ਉੱਤੇ ਕਿਤਨਾ ਅਮਰਵੇਲ ਬਣ ਕੇ ਇਹਨੇ ਜਕੜ ਰੱਖਿਆ, ਸਿੱਖੀ ਦੇ ਰੁੱਖ ਨੂੰ ਤੇ ਚੂਸ ਰੱਖਿਆ, ਵਧਣ ਫੁੱਲਣ ਨਹੀਂ ਦਿੰਦਾ। ਇੱਕ ਪਰਿਵਾਰ ਤੱਕ ਸੀਮਤ, ਇੱਕ ਪਰਿਵਾਰ ਤੋਂ ਸਾਰਾ ਕੁਛ ਇਹਨੇ ਵਾਰ ਦਿੱਤਾ। ਸਾਡੀ ਗੁਰਦੁਆਰਿਆਂ ਦੀ ਅੱਜ ਜਿਹੜੀ ਮਰਿਆਦਾ, ਉਹਦੀ ਡੈਫੀਨੇਸ਼ਨ ਇਸ ਬੰਦੇ ਨੇ ਵੱਖਰੀ ਬਣਾ ਛੱਡੀ। ਜਥੇਦਾਰ ਸਾਹਿਬ, ਜਿਵੇਂ ਸਰਦਾਰ ਬਲਵੰਤ ਸਿੰਘ ਖੇੜਾ ਜੀ ਵਿਅਕਤੀਗਤ ਪੱਧਰ ਤੇ ਲੜੇ ਨੇ, ਹਾਂਜੀ, ਜਾਂ ਜਿਸ ਜਥੇਬੰਦੀ 'ਚ ਇਹਨਾਂ ਨੇ ਕੰਮ ਕੀਤਾ, ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਹੈ, ਲਗਭਗ 3 ਦਹਾਕਿਆਂ ਤੋਂ ਇਹਨਾਂ ਨੇ ਲੜਾਈ ਲੜੀ ਹੈ ਜੀ। ਤੇ ਸਿੱਖ ਕੌਮ ਦੀਆਂ ਕੋਈ ਵੀ ਸਰਮੌਰ ਸੰਸਥਾਵਾਂ ਜਾਂ ਜਥੇਬੰਦੀਆਂ, ਉਹਨਾਂ ਨੇ ਕਦੀ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ। ਇਹਦੇ ਬਾਰੇ ਤੁਹਾਡਾ ਕੀ ਨਜ਼ਰੀਆ? ਦੇਖੋ ਜੀ, ਇਹ ਜੇ ਸਿੱਖ ਸੰਸਥਾਵਾਂ ਧਿਆਨ ਦੇਣ ਵਾਲੀਆਂ ਹੁੰਦੀਆਂ ਤੇ ਇਹ ਬੰਦਾ ਜਿਹੜਾ ਉਹ ਜੰਮ ਹੋ ਕੇ ਸਾਡੀ ਕੌਮ ਨੂੰ ਨਾ ਚੰਬੜਦਾ ਜੀ। ਇਹ ਆਪਣੇ ਆਪ ਨੂੰ ਫਖਰੇ ਕੌਮ ਦੇ ਖਿਤਾਬ ਲੈ ਰਿਹਾ। ਕੋਈ ਜਿਹੜਾ ਅਣਜਾਣ ਬੰਦਾ ਕੋਈ ਗੱਲ ਕਰ ਜਾਂਦਾ ਸਿੱਖੀ ਦੇ ਵਿਰੁੱਧ ਮੂਲੀ ਦੀ, तो ਉਹਦੇ ਪਿੱਛੇ ਪੈ ਜਾਂਦਾ ਇਹਦਾ ਜਥੇਦਾਰ ਜਿਹੜਾ ਇਹਨੇ ਗਿਆਨੀ ਰੱਖਿਆ ਅਕਾਲ ਤਖਤ ਤੇ ਜਦੋਂ ਇਹਦੇ ਪੁੱਤਰ ਦਾ ਸਾਲਾ ਜਿਹੜਾ ਜਿਹਨੂੰ ਅਸੀਂ ਰਾਣੀ ਖਾਂ ਦਾ ਸਾਲਾ ਕਹਿੰਦੇ ਆ, ਉਹ ਕਹਿ ਦੇਵੇ ਕਿ ਨਿਸ਼ਚੈ ਕਰ ਅਰੁਣ ਜੇਤਲੀ ਕੀ ਜੀਤ ਕਰੋ, ਤੇ ਇਹਨੂੰ ਸੱਪ ਸੁੰਘ ਜਾਂਦਾ, ਉਹਨੂੰ ਬੁਲਾਉਂਦਾ ਨਹੀਂ। ਫਿਰ ਕੱਲ੍ਹ ਦੀ ਗੱਲ ਹੈ ਜੇ ਅਨਿਲ ਜੋਸ਼ੀ ਨੂੰ ਇਹਨਾਂ ਨੇ ਸਟੇਜ 'ਤੇ ਲਿਆਂਦਾ ਤੇ ਜੋ ਬੋਲੇ ਸੋ ਨਿਹਾਲ, ਜੈ ਸ਼੍ਰੀ ਰਾਮ ਜੀ ਕੀ। ਇਹਦੀ ਸਿਸਟਰ ਜਿਹੜੀ ਆ ਬੀਬੀ ਹਰਸਿਮਰਤ ਕੌਰ, ਉਹ RSS ਦੀ ਇੱਕ ਕਲਾਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਜੈ ਸ਼੍ਰੀ ਰਾਮ ਜੀ ਕੀ ਇਹ ਕਹਿ ਕੇ ਬੁਲਾ ਰਹੀ ਹੈ। ਤੋ ਸਾਡੇ ਧਰਮ ਦਾ ਨਾਸ ਮਾਰ ਛੱਡਿਆ ਇਸ ਬੰਦੇ ਨੇ, ਜਿਹੜੇ ਵਿਰੋਧੀ ਉਹਨਾਂ ਨੂੰ ਤੇ ਸਜ਼ਾਵਾਂ ਤੇ ਆਪਣਿਆਂ ਨੂੰ ਫਖਰੇ ਕੌਮ ਦੇ ਖਿਤਾਬ।
ਠੀਕ ਹੈ ਜੀ। ਮੈਂ ਇਹਨਾਂ ਨੇ ਖੇੜਾ ਸਾਹਿਬ ਨੇ ਬੜੀ ਵਧੀਆ ਗੱਲ ਕੱਢੀ, ਫਰਾਡੇ ਕੌਮ। ਮੈਂ ਜਿਹਨੂੰ ਸਾਰੀ ਕੌਮ ਨੂੰ ਚਾਹੀਦਾ ਇਹਨੂੰ ਫਰਾਡੇ ਕੌਮ ਦਾ ਜਿਹੜਾ ਰੁਤਬਾ ਦੇ ਕੇ ਇਹਨੂੰ ਨਵਾਜਣ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹ ਕਿਉਂ ਇਹਨੇ ਕੀ ਫਰਾਡ ਕੀਤਾ। ਸਾਡੇ ਬਜ਼ੁਰਗਾਂ ਨੇ ਅਕਾਲੀ ਦਲ ਬਣਾਇਆ, ਪ੍ਰਬੰਧਕ ਕਮੇਟੀ ਬਣਾਈ, ਬੜੇ ਤਿਆਗ ਕੀਤੇ, ਕਮੇਟੀ ਬਣਾਉਣੀ, ਅਕਾਲੀ ਦਲ ਬਣਾਉਣਾ, ਉਹਦੇ ਲਈ ਐਜੀਟੇਸ਼ਨ ਕਰਨੀ, ਜ਼ਮੀਨਾਂ ਕੁਰਕ ਕਰਵਾਈਆਂ, ਸ਼ਹੀਦੀਆਂ ਪਾਈਆਂ, ਅਦਾਲਤਾਂ ਦੇ ਵਿੱਚ ਜਿਹੜੇ ਜੋ ਉਹਨਾਂ ਨੇ ਮਾਰਾਂ ਸਹੀਆਂ, ਅਤੇ ਉਹਦੇ ਬਾਵਜੂਦ ਇੱਕ ਕੌਮ ਨੂੰ ਦੋ ਸੰਸਥਾਵਾਂ ਦਿੱਤੀਆਂ, ਇੱਕ ਸ਼੍ਰੋਮਣੀ ਅਕਾਲੀ ਦਲ ਅਤੇ ਇੱਕ ਪ੍ਰਬੰਧਕ ਕਮੇਟੀ। ਪਰ ਅੱਜ ਇੱਕ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ 'ਤੇ ਕਾਬਜ਼ ਹੋ ਕੇ ਸਾਡੀ ਸੱਚੀ ਪਾਤਸ਼ਾਹੀ ਦਾ ਪ੍ਰਤੀਕ ਅਕਾਲ ਤਖਤ, ਉਹਨੂੰ ਵੀ ਇਹ ਨਿਗਲ ਗਿਆ, ਖਾ ਗਿਆ। ਤੋ ਇਹ ਬਹੁਤ ਵੱਡਾ ਜਿਹੜਾ ਖੇੜਾ ਸਾਹਿਬ ਨੇ, ਖੇੜਾ ਸਾਹਿਬ ਵਰਗੇ ਨਿਹੰਗ ਹੀ ਕਰ ਸਕਦੇ ਨੇ। ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਵੀ ਜਿਹੜਾ ਕੇਸ ਲੜਿਆ ਮਾਲਟਾ ਦਾ, ਕਿਸ਼ਤੀ ਦਾ, ਉੱਥੇ ਜਾ ਕੇ, ਇਹ ਕੁਝ ਛੋਟੀਆਂ ਜਿਹੀਆਂ ਗੱਲਾਂ ਨਹੀਂ। ਇਹ ਸੰਸਥਾਵਾਂ ਨਹੀਂ ਲੜ ਸਕਦੀਆਂ। ਸੰਸਥਾਵਾਂ ਪੈਸੇ ਦੇ ਕਿਸੇ ਦੀ ਡਿਊਟੀ ਲਾ ਦੇਣਗੀਆਂ, ਉਹਨਾਂ ਨੂੰ ਜਿੰਨੀ ਕੁ ਪੇਨ ਹੋ ਉਨੀ ਕੁ ਕੰਮ ਕਰਨਗੇ। ਇਹਨਾਂ ਨੇ ਜਿਹੜੀ ਦਿਲੀ ਪੇਨ ਲੈ ਕੇ ਇਹ ਕੰਮ ਕੀਤੇ ਨੇ, ਉਹਨਾਂ ਲਈ ਇਹ ਸਾਡੀ ਕੌਮ ਦੇ ਵਿੱਚ ਆਪਣਾ ਇਹਨਾਂ ਦਾ ਰੁਤਬਾ ਹੋਊਗਾ, ਅਤੇ ਆਉਣ ਵਾਲੇ ਸਮੇਂ 'ਚ ਸਿੱਖ ਯਾਦ ਕਰਨਗੇ। ਅਤੇ ਸਿੱਖ ਹੀ ਸੰਸਥਾ ਹੁੰਦੀ ਆ। ਸਿੱਖ ਆਪਣੇ ਆਪ 'ਚ ਉਹ ਸੰਸਥਾ ਦਾ ਰੂਪ ਬਣੇ ਜਿਨ੍ਹਾਂ ਨੇ ਇਸ ਕੌਮ ਲਈ ਕੁਛ ਕੀਤਾ। ਜਥੇਦਾਰ ਸਾਹਿਬ ਜੀ, ਤੁਸੀਂ ਅੱਜ ਇਹ ਕਹਿ ਸਕਦੇ ਕਿ ਸ਼ਾਬਾਸ਼ ਦੇਣ ਵਾਸਤੇ ਨਾ ਆਏ ਹੋ, ਤੇ ਇਹ ਵੀ ਆ ਕਿ ਭਵਿੱਖ ਵਿੱਚ ਆਪਣਾ ਸਮਰਥਨ ਵੀ ਪੂਰਾ ਰਹੇਗਾ। ਬਿਲਕੁਲ ਬਿਲਕੁਲ ਰਹੇਗਾ ਜੀ। ਅਸੀਂ ਰਾਤ ਦਿਨ ਇਹਨਾਂ ਦੇ ਨਾਲ ਹੈ। ਜਦੋਂ ਵੀ ਸਾਨੂੰ ਇਹਨਾਂ ਨੂੰ ਲੋੜ ਪਵੇ ਸਾਨੂੰ ਸੱਦਣ, ਅਸੀਂ ਪਹਿਲਾਂ ਵੀ ਹਾਜ਼ਰ ਸੀ, ਸਾਨੂੰ ਕੋਈ ਪ੍ਰੋਬਲਮ ਨਹੀਂ ਇਹੋ ਜਿਹੀ। ਅਸੀਂ ਸਿਰਫ ਇਹ ਜਿਹੜੇ ਕੇਸ ਹੁੰਦੇ ਨੇ ਕੋਰਟਾਂ ਦੇ, ਇਹਨਾਂ ਕੇਸਾਂ ਤੋਂ ਭਲੀ ਭਾਂਤ ਜਾਣੂ ਆ ਕਿ ਕਿਸ ਤਰ੍ਹਾਂ ਚੱਲਦੇ ਨੇ, ਕਿੰਨੀ ਕੁ ਇਹਦੇ ਵਿੱਚ ਤੁਸੀਂ ਭੱਜ ਦੌੜ ਕਰ ਸਕਦੇ ਹੋ, ਕਿੰਨਾ ਕੁ ਲਈ ਪੇਨ ਲੈ ਸਕਦੇ ਹੋ, ਅਤੇ ਸਹਿਜ ਨਾਲ ਹੀ ਚੱਲਦੇ, ਹੌਲੀ ਹੌਲੀ ਚੱਲਦੇ ਆ। ਇਹ ਵੀ ਤੁਸੀਂ ਦੇਖਿਓ, ਜੇ ਬੜੇ ਰੰਗ ਦਿਖਾਉਣੇ ਬਾਦਲ ਨੇ, ਵੱਡੀਆਂ ਵੱਡੀਆਂ ਸਿਫਾਰਸ਼ਾਂ ਆਉਣਗੀਆਂ, ਵੱਡਾ ਬਹੁਤ ਕੁਝ ਹੋਊਗਾ। ਅਸੀਂ ਕਹਿ ਸਕਦੇ ਕਿ ਅਸੀਂ ਕਰੀਬ ਪਹੁੰਚ ਗਏ। ਅਸੀਂ ਜਿਵੇਂ ਸਮੁੰਦਰ ਦੇ ਵਿੱਚ ਪੱਤੇ ਦਿਸਣ ਨਾ, ਤਾਂ ਲੱਗਦਾ ਕਿਨਾਰਾ ਨੇੜੇ ਆ, ਉੱਥੇ ਕਿ ਅਸੀਂ ਅਜੇ ਕਿਨਾਰੇ 'ਤੇ ਪਹੁੰਚੇ ਨਹੀਂ। ਤਾਂ ਕਿਨਾਰੇ ਤੋਂ ਉਦੋਂ ਪਹੁੰਚਾਂਗੇ ਜਿੱਦਣ ਇਹ ਚੁਟਾਲਾ ਦੇ ਨਾਲ ਬਿਸਕੁਟ ਬਣਾਊਗਾ ਜਾ ਕੇ ਤਿਹਾੜ ਜੇਲ੍ਹ 'ਚ। ਜਥੇਦਾਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪਤਾ ਨਹੀਂ ਕਦੋਂ ਹੁੰਦੀਆਂ ਪੰਜਾਬ 'ਚ ਜੀ। ਕਦੀ ਕੋਈ ਆਸ ਨਹੀਂ ਰੱਖੀ ਜਾ ਸਕਦੀ ਅਜੇ ਤੱਕ। ਜੋ ਅਸੀਂ ਸੋਚਦੇ ਹਾਂ, ਤੁਸੀਂ ਕਿਵੇਂ ਸੋਚਦੇ ਆ, ਤੁਹਾਡੇ ਕੋਲੋਂ ਪੁੱਛਾਂਗੇ। ਲੇਕਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 2 ਪਾਰੀਆਂ ਵਿੱਚ ਤੁਹਾਡਾ ਤਜਰਬਾ ਰਿਹਾ, ਤੁਹਾਡੀ ਆਪਣੀ ਇੱਕ ਭੂਮਿਕਾ ਰਹੀ ਹੈ ਜੀ। ਤੇ ਹੁਣ ਜਿਹੜੀ ਚੋਣ ਹੋਈ ਆ, ਹੁਣ ਜਿਹੜੀ ਜੋ ਸਥਿਤੀ ਰਹੀ ਹੈ, ਉਹਦੇ ਸੰਬੰਧ ਵਿੱਚ ਤੁਸੀਂ ਕੌਮ ਦੇ ਨਾਲ ਕੀ ਆਪਣੇ ਵਿਚਾਰ ਸਾਂਝੇ? ਮੈਂ ਇੰਨਾ ਕੁ ਕਹੂੰਗਾ ਕਿ ਕੌਮ ਨੇ ਸਾਨੂੰ ਮਾਣ ਦਿੱਤਾ। ਉੱਥੇ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰਿਆਂ ਨੇ ਸ਼ਰਾਬ ਪੀਤੀ, ਸਾਰਿਆਂ ਨੇ ਪੈਸੇ ਲਏ। ਜਿੰਨਿਆਂ ਕੁ ਨੇ ਪੈਸੇ ਲਏ ਉਹਨਾਂ ਨੂੰ ਵੋਟਾਂ ਪਾਈਆਂ, ਪਰ ਉਹ ਡਿਉੜੀ ਵੋਟ ਸਾਨੂੰ ਮਿਲੀ। ਪਰ ਅਸੀਂ 2-3 ਵਿਅਕਤੀ ਉਸ ਵੋਟ ਨੂੰ ਐਡਜਸਟ ਨਹੀਂ ਕਰ ਪਾਇਆ ਵੀ ਕਿਹੜੀ ਵੋਟ ਨੂੰ ਕਿੱਥੇ ਰੱਖਣਾ, ਕਿਹੜੀ ਵੋਟ ਨੂੰ ਕਿੱਥੇ ਰੱਖਣਾ। ਸਾਨੂੰ ਸਰਨਾ ਨੂੰ, ਮੈਨੂੰ, ਮਨਜੀਤ ਨੂੰ ਤਕਰੀਬਨ 50% ਤੋਂ ਉੱਤੇ ਵੋਟ ਪਈ। ਇੱਕ ਸਾਡਾ ਆਜ਼ਾਦ ਉਮੀਦਵਾਰ ਵੀ ਤਲਵਿੰਦਰ ਸਿੰਘ ਬਰੋਆ ਤੋਂ 40% ਵਾਲਾ ਜਿੱਤ ਗਿਆ। ਤੋ ਉਹਦੇ ਕਾਰਨ ਇਹ ਨੇ ਕਿ ਆਪਣਾ ਤਮਾ, ਆਪਣਾ ਲਾਲਚ ਕਿ ਨਹੀਂ ਮੈਂ ਹੀ ਇਕੱਲਾ ਜਿੱਤ ਜਾਵਾਂ, ਇਹ ਦੂਜਿਆਂ ਦਾ ਮੈਂ ਹਿੱਸਾ ਵੰਡਦਾ ਫਿਰੂੰਗਾ, ਦੂਸਰੇ ਨੂੰ ਇਹ ਕਿ ਨਹੀਂ ਇਹ ਮੈਂ ਹੀ ਇਕੱਲਾ ਜਿੱਤ ਜਾਵਾਂ। ਇਸ ਚੀਜ਼ ਨੇ ਸਾਡਾ ਬਹੁਤ ਵੱਡਾ ਨੁਕਸਾਨ ਪਹੁੰਚਾਇਆ। ਪਰ ਉਹਦੇ ਬਾਵਜੂਦ ਵੀ ਇਹ ਹੋਰ ਗੱਲਾਂ ਜਿਹੜੀਆਂ ਬੜੀਆਂ ਮੈਟਰ ਕਰਦੀਆਂ ਕਿ ਕਿਤੇ ਜਿਹੜੀ 10,000 ਦੇ ਹਲਕੇ 'ਚੋਂ 6,000 ਵੋਟ ਬਣਨੀ, ਬਾਕੀ 40% ਬਣਨੀ ਨਾ, ਵੋਟ ਹੀ ਨਾ ਬਣਨੀ। ਅਤੇ ਜਿਹੜੀ 6,000 ਵੋਟ ਉਹ 'ਚੋਂ 63% ਪੋਲ ਨਾ ਹੋਣੀ। ਰੱਖੜੀ ਵਾਲੇ ਤਿਉਹਾਰ ਦਿਨ ਉਹਨਾਂ ਨੇ ਇਲੈਕਸ਼ਨ ਰੱਖ ਦਿੱਤੀ, ਤੋ ਕਿਤੇ 1,800 ਪਈ, ਕਿਤੇ 2,000 ਪਈ। ਉਸ ਵੋਟ ਦੇ ਵਿੱਚੋਂ ਜਿਹੜੀ 2-2, 3-3 ਉਮੀਦਵਾਰ ਜਿਹੜੇ ਸਾਡਾ ਆਪਣੇ ਬੰਦੇ ਦਾ ਜਿਹੜਾ ਮਨਜੀਤ ਸਿੰਘ ਜੀਕੇ ਦਾ ਜਿਹੜਾ ਵਿਰੋਧ ਸੀਗਾ, ਉਹਦੇ ਨਾਲ ਸਾਡਾ ਨੁਕਸਾਨ ਹੋਇਆ। ਪਰ ਉਹਦੇ ਬਾਵਜੂਦ ਵੀ ਸਾਨੂੰ ਸਾਡੇ 19 ਸੀਟਾਂ ਮਿਲ ਗਈਆਂ ਸਾਰਿਆਂ ਨੂੰ, ਅਤੇ ਸਾਡੇ 63 ਵੋਟਾਂ ਤੋਂ ਇੱਕ ਹਰਿਆ, ਇੱਕ 45 ਤੋਂ ਹਰਿਆ, ਇੱਕ 100 ਤੋਂ ਹਰਿਆ, ਇੱਕ 108 ਤੋਂ ਹਰਿਆ, ਇੱਕ 6 ਵੋਟਾਂ 'ਤੇ ਹਰਿਆ। ਇਹ 300 ਦੇ ਵੋਟਾਂ ਦੇ ਵਿੱਚ ਜਿਹੜਾ ਸਾਡਾ ਨੁਕਸਾਨ ਹੋਇਆ, ਉਹ ਸਾਨੂੰ ਉੱਥੇ ਪਹੁੰਚਾ ਸਕਦਾ ਸੀ 24 ਸੀਟਾਂ ਵਾਲੀ ਜਿੱਤ ਵਾਲੇ ਪਾਸੇ। ਪਰ ਇਹ ਪਰਮਾਤਮਾ ਦਾ ਹੁਕਮ ਹੈ। ਅਸੀਂ ਸੋਚਦੇ ਹਾਂ ਕਿ ਕਦੀ ਜਿਸ ਤਰ੍ਹਾਂ ਜ਼ੋਰ ਲਾਉਣ ਦੇ ਬਾਵਜੂਦ ਇਸ ਤਰ੍ਹਾਂ ਦਾ ਕੋਈ ਫੈਸਲਾ ਆਉਂਦਾ ਹੈ, ਅਤੇ ਉਦੋਂ ਇਹ ਸਮਝ ਲੈਣਾ ਚਾਹੀਦਾ ਵੀ ਇਹਦੇ ਵਿੱਚ ਹੀ ਭਲਾ। ਜਥੇਦਾਰ ਸਾਹਿਬ, ਦਿੱਲੀ ਦਾ ਤੁਹਾਡਾ ਤਜਰਬਾ ਹੋ ਗਿਆ, ਉਸ ਤਜਰਬੇ ਤੋਂ ਬਾਅਦ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ, ਅਤੇ ਇੱਥੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਸਸ ਲਗਭਗ 1 ਦਰਜਨ 2 ਦਰਜਨ ਧਿਰਾਂ ਹੋਣਗੀਆਂ, ਮੁਕਾਬਲਾ ਹੋਏਗਾ।
ਉਸ ਤਜਰਬੇ 'ਚੋਂ ਕੀ ਆਪਾਂ ਕੋਈ ਸੋਧ ਕਰ ਸਕਾਂਗੇ? ਨਹੀਂ, 1-2 ਦਰਜਨ ਧਿਰਾਂ ਤਾਂ ਨਹੀਂ ਹੋਣਗੀਆਂ। ਹੁਣ ਦੇਖੋ ਨਾ, ਇੱਕ ਧਿਰ ਬਡਾਲਾ ਵੀ ਸੀ, ਜੀ ਉਹਨੂੰ ਲੋਕਾਂ ਨੇ ਦੇਖ ਹੀ ਲਿਆ ਦਿੱਲੀ 'ਚੋਂ ਕੀ ਕਰ ਆਇਆ ਤੇ ਕੀ ਉਹਨੂੰ ਮਿਲਿਆ। ਸਾਨੂੰ ਉਹਦੀਆਂ ਵੋਟਾਂ ਨਾਲ ਕੋਈ ਫਰਕ ਨਹੀਂ ਪਿਆ। ਉਹਦੇ ਨਾਲ ਇੱਕ ਹੋਰ ਸੀਗਾ ਦਲ, ਉਹਨਾਂ ਸਾਰਿਆਂ ਨੂੰ 8% ਵੋਟ ਮਿਲੀ ਆ, ਜਿਹੜੀ ਆਜ਼ਾਦ ਉਮੀਦਵਾਰ ਵਿੱਚੇ 2 ਦਲ ਉਹ, ਤੇ ਉਹਨਾਂ ਦਾ ਸਾਡੇ 'ਤੇ ਅਸਰ ਨਹੀਂ ਪਿਆ। ਪਰ ਉਹ ਗਿਆ ਸੀ ਕਿਸੇ ਮਕਸਦ ਲਈ। ਜਿਹੜੇ ਬੰਦੇ ਕਿਸੇ ਮਕਸਦ ਲਈ ਜਾਂਦੇ ਨੇ ਜਾਂ ਖੜ੍ਹੇ ਹੁੰਦੇ ਨੇ, ਉਹਨਾਂ ਨੂੰ ਸਮਝਾਇਆ ਨਹੀਂ ਜਾ ਸਕਦਾ। ਉਹ ਫਿਰ ਆਪਣਾ ਜਿਹੜਾ ਉਹਨਾਂ ਨੂੰ ਡਿਊਟੀ ਲੱਗੀ ਹੁੰਦੀ ਉਹ ਪੂਰੀ ਕਰਦੇ। ਠੀਕ ਹੈ। ਤਾਂ ਅਸੀਂ ਇੱਥੇ ਪੰਜਾਬ ਦੇ ਵਿੱਚ ਵੀ ਜਿਹੜੇ ਤੇ ਨਿਰਸਵਾਰਥ ਨੇ, ਅਸੀਂ ਬੜਾ ਚੰਗਾ ਤਰੀਕਾ ਇਹ ਲੱਭਾ ਵੀ ਅਸੀਂ ਇੱਕ ਪੰਥਕ ਅਕਾਲੀ ਲਹਿਰ ਨਾਂ ਦੀ ਜਥੇਬੰਦੀ ਬਣਾਈ ਆ। ਉਸ ਜਥੇਬੰਦੀ ਰਾਹੀਂ ਅਸੀਂ ਪਿੰਡ ਜਾ ਰਹੇ ਹਾਂ, ਪ੍ਰਚਾਰ ਕਰ ਰਹੇ ਹਾਂ ਕਿ ਤੁਸੀਂ ਆਪਣੀਆਂ ਵੋਟਾਂ ਬਣਾਉਣੀਆਂ, ਤੁਸੀਂ ਇਹ ਪ੍ਰਬੰਧਕ ਕਮੇਟੀ ਦੇ ਨਿਜ਼ਾਮ ਨੂੰ ਠੀਕ ਥਾਂ 'ਤੇ ਲਿਆਉਣਾ, ਤੁਹਾਡਾ ਉਹਦੇ ਵਿੱਚ ਰੋਲ ਆ, ਤੁਸੀਂ ਉਹ 'ਚ ਸਾਨੂੰ ਸਹਿਯੋਗ ਦੇਣਾ। ਤੇ ਉਹਦੇ ਵਿੱਚ ਜਦੋਂ ਸਾਰੇ ਵਰਕਰ ਜਿਹੜੇ ਨੇ ਉਹਨਾਂ ਨੂੰ ਅਸੀਂ ਕਹਿ ਦਿੰਦੇ ਕਿ ਕੈਂਡੀਡੇਟ ਵੀ ਤੁਸੀਂ ਦੇਣਾ। ਠੀਕ ਹੈ ਜੀ। ਕੈਂਡੀਡੇਟ ਜਿਹੜਾ ਸਾਨੂੰ ਇਲਾਕੇ ਦੇ ਲੋਕ ਦੇਣਗੇ, ਉਹ ਭਾਵੇਂ ਮਾਨ ਸਾਹਿਬ ਨਾਲ ਸੰਬੰਧਿਤ ਹੋਵੇ, ਭਾਵੇਂ ਸ਼ਾਮ ਸਿੰਘ ਨਾਲ ਹੋਵੇ, ਭਾਵੇਂ ਮੋਹਕਮ ਸਿੰਘ ਨਾਲ ਹੋਵੇ, ਭਾਵੇਂ ਕਿਸੇ ਨੇ, ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਬਾਦਲ ਦਾ ਨਾਂ ਹੋਵੇ, ਸੰਗਤ ਨੂੰ ਮਨਜ਼ੂਰ ਹੋਵੇ, ਸੰਗਤ ਦਾ ਦੇਖਿਆ ਡਿੱਠਾ ਹੋਵੇ, ਉਹ ਇਹ ਕੁਦਰਤੀ ਏਕਤਾ ਹੈ। ਹੁਣ ਅਸੀਂ ਜਦੋਂ ਕੋਟੇ ਵੰਡ ਲਵਾਂਗੇ ਤੇ ਕੋਟੇ ਵੰਡਣ ਵਾਲਾ ਜਿਹੜਾ ਆਪਣੀ ਮਰਜ਼ੀ ਨਾਲ ਉੱਤੋਂ ਪੈਰਾਸ਼ੂਟ ਰਾਹੀਂ ਆਪਣੀ ਮਰਜ਼ੀ ਦਾ ਬੰਦਾ ਦੇਊਗਾ, ਉਹ ਇਲਾਕੇ ਦੇ ਲੋਕ ਜਿਹੜੇ ਲੋਕ ਉਹਨੂੰ ਪਸੰਦ ਨਹੀਂ ਕਰਨਗੇ, ਤਾਂ ਸਾਡੀ ਹਾਰ ਹੋਊਗੀ। ਤਾਂ ਅਸੀਂ ਤਰੀਕਾ ਇਹ ਲੱਭਾ ਕਿ ਆਪਣਾ ਬੰਦਾ ਨਾ ਦਿਓ, ਸੰਸਥਾ ਦੇ ਦਿਓ ਬਣਾ ਕੇ, ਪ੍ਰਚਾਰ ਕਰੋ ਉਹਦੇ ਲਈ। ਤੇ ਸਿੱਖ ਵੋਟ, ਜਿਹੜੇ ਸਿੱਖ ਜਿਨ੍ਹਾਂ ਨੇ ਵੋਟ ਪਾਉਣੀ ਆ, ਉਹ ਦੱਸਣ ਕਿ ਸਾਡਾ ਉਮੀਦਵਾਰ ਕਿਹੋ ਜਿਹਾ ਹੋਊਗਾ, ਤੇ ਉਹ ਜਿਹੜਾ ਵੀ ਉਮੀਦਵਾਰ ਦੇਣ ਉਹਦੇ ਘਰ ਜਾ ਕੇ ਟਿਕਟ ਦੇ ਕੇ ਆਓ, ਤੇ ਉਹ ਜਿੱਤੂਗਾ। ਉਹ ਜਿਹਦਾ ਵੀ ਹੋਵੇ ਸਾਨੂੰ ਪ੍ਰਵਾਨ ਹੋਊਗਾ। ਇਹ ਏਕਤਾ ਦਾ ਅਸੀਂ ਫਾਰਮੂਲਾ ਲੱਭਾ। ਧੰਨਵਾਦ ਜਥੇਦਾਰ ਸਾਹਿਬ ਜੀ। ਪੁਕਾਰ ਟੀਵੀ ਦੇ ਦਰਸ਼ਕੋ, ਸਾਡੇ ਨਾਲ ਗੱਲ ਕਰ ਰਹੇ ਹਨ ਗਿਆਨੀ ਰਣਜੀਤ ਸਿੰਘ ਜੀ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ। ਉਹ ਪਹੁੰਚੇ ਹੋਏ ਨੇ ਸਰਦਾਰ ਬਲਵੰਤ ਸਿੰਘ ਖੇੜਾ ਜੀ ਦੇ ਗ੍ਰਹਿ ਵਿਖੇ। ਅਸੀਂ ਖੇੜਾ ਜੀ ਨੂੰ ਪੁੱਛਦੇ ਹਾਂ ਕਿ ਉਹ ਅੱਜ ਜਥੇਦਾਰ ਸਾਹਿਬ ਦੀ ਫੇਰੀ ਨੂੰ ਕਿਵੇਂ ਮਹਿਸੂਸ ਕਰਦੇ ਨੇ। ਧੰਨ ਭਾਗ ਇਹ ਜਥੇਦਾਰ ਸਾਹਿਬ ਦਾ ਜੀਵਨ ਵੀ ਪਰਯੰਤ ਸੰਘਰਸ਼ ਦੇ ਵਿੱਚ ਰਿਹਾ। ਅਸੀਂ ਦੂਰੋਂ ਵੇਖਦੇ ਰਹੇ, ਔਰ ਸਿੱਖ ਕੌਮ ਦੇ ਵਿੱਚ ਜਿਹੜੀ ਪਰੰਪਰਾ, ਸਿੰਘ ਪਰੰਪਰਾ ਬਣੀ, ਉਹ ਸਭ ਸੰਘਰਸ਼ ਵਾਲੇ ਸੀ। ਇਹ ਉਹਨਾਂ ਦੇ ਸਿਰਮੌਰ ਰਹੇ, ਔਰ ਜਿੰਨਾ ਚਿਰ ਇਹਨਾਂ ਨੇ ਹਮੇਸ਼ਾ ਸੱਚੀ ਗੱਲ ਕੀਤੀ ਆ ਨਿਧੜਕ ਹੋ ਕੇ, ਤੇ ਚਾਹੇ ਉਹਦਾ ਖਮਿਆਜ਼ਾ ਕਿੰਨਾ ਭੁਗਤਣਾ ਹੋਵੇ, ਜਿੰਨਾ ਚਿਰ ਸਾਡੀ ਕੌਮ ਵਿੱਚ ਇਹਨਾਂ ਦੇ ਅਨਿਆਈ ਜਾਂ ਇਹਨਾਂ ਦੇ ਨਾਲ ਚੱਲਣ ਵਾਲੇ ਜਾਂ ਇਹਨਾਂ ਦੇ ਵਿਚਾਰਾਂ ਵਾਲੇ ਨਹੀਂ ਆਉਣੇ, ਉਹਨਾਂ ਚਿਰ ਇਸ ਕੌਮ ਨੂੰ ਇਹ ਜਿਹੜੀਆਂ ਗੁਲਾਮੀ ਦੀਆਂ ਨਿਸ਼ਾਨੀਆਂ ਹੈਗੀਆਂ, ਉਹ ਤੋਂ ਛੁਟਕਾਰਾ ਨਹੀਂ ਮਿਲ ਸਕਦਾ। ਅਸੀਂ ਆਸ ਕਰਦੇ ਹਾਂ ਵੀ ਉਹ ਦਿਨ ਛੇਤੀ ਆਊਗਾ ਕਿ ਜਾਗਰਤੀ ਆਏਗੀ, ਔਰ ਜਿਹੜੀਆਂ ਨਾ ਪੱਖੀ ਤਾਕਤਾਂ ਹੈਗੀਆਂ ਉਹਨਾਂ ਦੀ ਹਾਰ ਹੋਵੇਗੀ, ਸੰਗਤ ਦੀ ਜਿੱਤ ਹੋਵੇਗੀ। ਔਰ ਇਹ ਜਿਹੜਾ ਹੈ, ਇਹਦੇ ਵਿੱਚ ਜਥੇਦਾਰ ਸਾਹਿਬ ਦਾ ਬਹੁਤ ਵੱਡਾ ਮੋਹਰੀ ਰੋਲ ਹੋਏਗਾ। ਖੇੜਾ ਸਾਹਿਬ, ਗਿਆਨੀ ਰਣਜੀਤ ਸਿੰਘ ਜੀ ਆਏ ਨੇ, ਉਹਨਾਂ ਨੇ ਆਪਣੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਹੋਰ ਵੀ ਕੋਈ ਜਥੇਬੰਦੀਆਂ ਜਾਂ ਕੋਈ ਸੰਗਤਾਂ ਜਿਹੜੀਆਂ ਉਹ ਤੁਹਾਨੂੰ ਆਪਣੀਆਂ ਸ਼ੁਭ ਇਛਾਵਾਂ ਭੇਜ ਰਿਹਾ ਕਿ ਨਹੀਂ? ਇਹ ਤਾਂ ਮੈਂ ਹੈਰਾਨ ਹਾਂ ਜਥੇਦਾਰ ਸਾਹਿਬ, ਦੁਨੀਆ ਭਰ ਦੇ ਸਾਰੇ ਦੇਸ਼ਾਂ ਤੋਂ ਟੈਲੀਫੋਨ, ਸਮਰਥਨ, ਦੁਆਵਾਂ, ਇੰਨਾ ਮਾਣ ਮਿਲਿਆ, ਅਤੇ ਮੇਰੀ ਉਹਦੇ ਨਾਲ ਖੂਨ ਵੀ ਵੱਧ ਗਿਆ, ਉਮਰ ਵੀ ਵੱਧ ਗਈ, ਔਰ ਹੌਸਲਾ ਮਿਲਦਾ। ਅਸੀਂ ਜਿੱਤਦੇ ਲਾਗੇ, ਪਹਿਲਾਂ ਤਾਂ ਹੁਸ਼ਿਆਰਪੁਰ ਜਿੱਤੇ, ਹੁਣ ਚੰਡੀਗੜ੍ਹ ਵੀ ਜਿੱਤ ਗਏ ਹਾਂ, ਔਰ ਅਗਲਾ ਜਿਹੜਾ ਮੋਹਰ ਲੱਗਣੀ ਰਹਿੰਦੀ, ਅਸੀਂ ਅੱਗੇ ਹੀ ਕੋਸ਼ਿਸ਼ ਕਰ ਰਹੇ ਹਾਂ, ਕੀਤੀ ਹੈ ਕਿ ਇਹ ਜਿਹੜਾ ਭਾਰਤ ਦੇ ਚੀਫ ਜਸਟਿਸ MP ਰਮੰਨਾ ਆਏ ਆ, ਉਹਨੇ MP MLA ਵਾਸਤੇ ਜਿਹੜੇ ਕ੍ਰਿਮੀਨਲ ਟਾਈਪ ਹੈਗੇ ਆ, ਉਹਨਾਂ ਦਾ ਛੇਤੀ ਨਿਪਟਾਰਾ ਲਈ ਸਪੈਸ਼ਲ ਟਰੈਕ ਕੋਰਟਸ ਬਣਾਈਆਂ। ਮੇਰੀ ਅੱਜ ਗੱਲ ਹੁੰਦੀ ਸੀ ਵੀ ਉਹਦੇ ਵਿੱਚ ਸੀਨੀਅਰ ਐਡਵੋਕੇਟ ਮਨਜੀਤ ਸਿੰਘ ਖਹਿਰਾ ਉਹਨਾਂ ਦਾ ਵੀ ਰੋਲ ਆ। ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਕੱਲ੍ਹ ਪਰਸੋਂ ਨਹੀਂ ਦਰਖਾਸਤ ਦੇ ਰਹੇ ਹਾਂ ਵੀ ਉਹਦੇ ਵਿੱਚ ਹੋ ਗਿਆ, 6 ਮਹੀਨਿਆਂ ਵਿੱਚ ਫੈਸਲਾ ਹੋ ਕੇ ਸਿੱਖ ਸੰਗਤ ਨੂੰ ਬਹੁਤ ਵੱਡੀ ਰਾਹਤ ਔਰ ਬੜੀ ਸਫਲਤਾ ਮਿਲੇਗੀ, ਔਰ ਪੰਥ ਵਾਸਤੇ ਔਰ ਸਾਰੇ
ਦੁਨੀਆ ਵਾਸਤੇ ਚਾਨਣ ਹੋ ਜਾਊਗਾ ਜਿਸ ਤਰੀਕੇ ਦੇ ਨਾਲ ਸੱਚਾਈ ਦੀ ਜਿੱਤ ਹੈ, ਔਰ ਜਿਹੜੇ ਗਲਤ ਕੰਮ ਕਰਨ ਵਾਲੇ ਉਹਨੂੰ ਢਾਹਿਆ ਜਾ ਸਕਦਾ ਉਹ ਢਾਹ ਲਿਆ। ਸੋ ਸਾਹਿਬ ਬਲਵੰਤ ਸਿੰਘ ਖੇੜਾ ਜੀ, ਬਹੁਤ ਬਹੁਤ ਧੰਨਵਾਦ। ਗਿਆਨੀ ਰਣਜੀਤ ਸਿੰਘ ਜੀ, ਤੁਹਾਡਾ ਤੇ ਤੁਹਾਡੇ ਨਾਲ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।